15% ਹੁੰਦੀ ਹੈ ਵੀ ਜਿਹੜੀ VOTING ਹੈ ਜਿਹੜੀ ਤੁਹਾਡੇ ਸਟੇਟ ਦੀ ਪਵੇ ਫੇਰ ਸਰਕਾਰ ਮੰਨੀ ਜਾਂਦੀ ਹੈ। ਇਹਨਾਂ ਦਾ 7% ਵੋਟ ਵੀ ਨਹੀਂ ਪਈ ਸੀ ਉਦੋਂ। 92-93 ਤੋਂ ਬਾਅਦ ਹਾਲਾਤ ਇਹੋ ਜਿਹੇ ਹੋ ਗਏ ਸੀਗੇ ਕਿ ਜਿਹੜੇ ਮੁੰਡੇ ਭਗੌੜੇ ਸੀਗੇ ਉਹ ਜਾਨ ਬਚਾਉਣ ਲਈ ਆਪਣੇ ਲੁਕਦੇ ਫਿਰਦੇ ਸੀਗੇ। ਜਿੰਨੇ ਵੀ ਮੇਰੇ ਕੋਲ ਨਾਲ ਸੰਬੰਧ ਸੀ ਆਉਂਦੇ ਸੀ ਉਹ ਇਹੀ ਕਹਿੰਦੇ ਸੀ ਵੀ ਕੋਈ ਫਾਇਦਾ ਨਹੀਂ ਯਾਰ, ਸਾਨੂੰ ਇਹੀ ਨਹੀਂ ਪਤਾ ਲੱਗ ਰਿਹਾ ਆਪਣਾ ਕੌਣ ਹੈ ਬੇਗਾਨਾ ਕੌਣ ਹੈ। ਜਦੋਂ ਬੇਅੰਤ ਸਿੰਘ ਦੀ ਸਰਕਾਰ ਬਣੀ 92-91 'ਚ ਉਹਨੇ ਇੰਨਾ ਜ਼ਿਆਦਾ ਪੁਲਿਸ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ। KPS ਗਿੱਲ ਮੁਖੀ ਸੀਗਾ ਵੀ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ, ਪੁਲਿਸ ਦਾ ਹੀ ਰਾਜ ਚੱਲ ਪਿਆ। ਇੱਕ ਤਰ੍ਹਾਂ ਦਾ ਕੋਈ ਜੱਜ ਕੋਈ DC ਤੱਕ ਨਹੀਂ ਇਹ ਲੋਕਾਂ ਨੇ ਬਖਸ਼ੇ ਸੀ ਉਸ ਟਾਈਮ। ਗੁਰੂਆਂ ਦੀਆਂ ਫੋਟੋਆਂ ਥੱਲੇ ਟੇਬਲ ਤੇ ਰੱਖਤੀਆਂ, ਕਹਿੰਦਾ ਇਹਨਾਂ ਦੇ ਉੱਤੇ ਥੁੱਕ, ਦੇਖਦਾ ਤੂੰ ਕਿੱਡਾ ਕੁ ਕੱਟੜ ਹੈ। ਇੱਕ ਮੁਲਾਜ਼ਮ ਨੂੰ ਪੂਰੀ ਆਪਣੇ ਹੱਥ 'ਚ ਕੱਟੀ ਆਪਣਾ ਟੇਢੀ ਕੀਤੀ ਤੇ ਬੰਨਿਆ ਹੋਇਆ ਸੀ ਜਗਦਾਰ ਸਿੰਘ ਹਵਾਰੇ ਨੂੰ। ਪਹਿਲਾਂ ਤਾਂ ਬਾਂਹ ਸੀ ਲੱਤਾਂ ਗੱਲੀ ਬੰਨੀਆਂ ਸੀ, ਫਿਰ ਪੂਰਾ ਸਰੀਰ ਮਲਕੀ ਰੱਸੀ ਨਾਲ ਬੰਨ ਲਿਆ ਵੀ ਹਿੱਲੇ ਨਾ, ਪਰ ਉਹਨਾਂ ਨੇ ਮੂੰਹ ਨਹੀਂ ਖੋਲ੍ਹਿਆ, ਉਹ ਵੀ ਕੁੱਟ ਖਾ ਗਿਆ ਪੂਰੀ। ਕਹਿਣ ਦਾ ਮਤਲਬ ਗੁੱਸਾ ਉਹਨਾਂ ਦਾ ਕੋਈ ਏਡਾ ਉਹ ਕੌਮ ਤੇ ਗੁੱਸਾ ਸਿਰਫ ਇਹੀ ਹੈ ਵੀ ਕੌਮ ਸਾਨੂੰ ਭੁੱਲ ਕਿਉਂ ਗਈ। TV 84 ਦੇ ਨਾਲ ਜੁੜੇ ਹੋ ਦੋਸਤੋ, ਮੈਂ ਰਜਿੰਦਰ ਸਿੰਘ ਸਭਰਾ। ਗੱਲ ਕੀਤੀ ਜਾਵੇ ਤਾਂ ਸਿੱਖ ਕੌਮ ਨੇ ਬਹੁਤ ਵੱਡੇ ਸੰਘਰਸ਼ ਕੀਤੇ ਨੇ ਔਰ ਸੰਘਰਸ਼ਾਂ ਦੇ ਦਰਮਿਆਨ ਕਹਿ ਸਕਦੇ ਹਾਂ ਕਿ ਵੱਡੀਆਂ ਜਿੱਤਾਂ ਪ੍ਰਾਪਤ ਵੀ ਕੀਤੀਆਂ ਨੇ। ਪਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਨੂੰ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋਈ ਹੈ ਜਿਨ੍ਹਾਂ ਨੇ ਆਪਣੇ ਹੱਥੀਂ ਜਿਹੜਾ ਸੰਘਰਸ਼ ਹੰਢਾਇਆ, ਆਪਣੀਆਂ ਅੱਖਾਂ ਦੇ ਨਾਲ ਤੱਕਿਆ ਔਰ ਸਰੀਰ ਦੇ ਉੱਪਰ ਪੁਲਿਸ ਦਾ ਅਣਮਨੁੱਖੀ ਤਸ਼ੱਦਦ ਵੀ ਚੱਲਿਆ ਏ। ਅਜਿਹੇ ਸਿੱਖਾਂ ਦੇ ਵਿੱਚੋਂ, ਅਜਿਹੇ ਯੋਧਿਆਂ ਦੇ ਵਿੱਚੋਂ ਜੇ ਯੋਧਾ ਕਹੀਏ ਤਾਂ ਕੋਈ ਅਤਕਥਨੀ ਨਹੀਂ। ਮੇਰੇ ਨਾਲ ਭਾਈ ਬਲਜੀਤ ਸਿੰਘ ਭਾਊ ਨੇ ਜਿਹੜੇ ਕੌਮੀ ਇਨਸਾਫ ਮੋਰਚੇ ਦੀ ਤਾਲਮੇਲ ਕਮੇਟੀ ਦੇ ਵਿੱਚ ਵੀ ਮੈਂਬਰ ਵਜੋਂ ਸੇਵਾਵਾਂ ਨਿਭਾ ਰਹੇ ਨੇ। ਉਹਨਾਂ ਨੇ ਵੀ ਆਪਣਾ ਬਹੁਤ ਵੱਡਾ ਸੰਘਰਸ਼ ਕੀਤਾ, ਅਣਮਨੁੱਖੀ ਤਸ਼ੱਦਦ ਆਪਣੇ ਤਣ ਦੇ ਉੱਪਰ ਵੀ ਸਹਾਰਿਆ ਔਰ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਲ ਉਹਨਾਂ ਨੇ ਜੇਲ੍ਹ ਦੇ ਵਿੱਚ ਕੈਦ ਵੀ ਕੱਟੀ, ਉਹਨਾਂ ਦੀ ਸੰਗਤ ਵੀ ਮਾਣੀ। ਜਿੱਥੇ ਉਹਨਾਂ ਦੇ ਜੀਵਨ ਬਾਰੇ ਗੱਲਬਾਤ ਕਰਾਂਗੇ, ਉੱਥੇ ਹੋਰ ਜਿਹੜੇ ਕੌਮੀ ਯੋਧੇ ਨੇ ਉਹਨਾਂ ਦੇ ਜੀਵਨ ਬਾਬਤ, ਉਹਨਾਂ ਦੇ ਕਿਸ ਤਰ੍ਹਾਂ ਦੇ ਖਿਆਲਾਤ ਨੇ, ਉਹ ਵੀ ਜਾਣਨ ਦਾ ਯਤਨ ਕਰਾਂਗੇ। ਭਾਈ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਮੁੱਢਲਾ ਸਵਾਲ ਹੈ, ਕਿਹੜੇ ਇਲਾਕੇ ਦੇ ਨਾਲ ਸੰਬੰਧ ਰੱਖਦੇ? ਇਲਾਕਾ ਭਾਈ ਸਾਹਿਬ ਮੇਰਾ ਜ਼ਿਲ੍ਹਾ ਮੋਹਾਲੀ ਹੈ ਜੀ, ਤਹਿਸੀਲ ਸਾਡੀ ਡੇਰਾਬੱਸੀ ਹੈ। ਲਾਲੜੂ ਦੇ ਕੋਲ ਮੇਰਾ ਪਿੰਡ ਹੈ, ਕੁਰਲੀ ਬਟੌਲੀ ਪਿੰਡ ਦੇ ਨਾਂ। ਨੇੜੇ ਪਿੰਡ ਹੋਣ ਕਰਕੇ ਕੁਰਲੀ ਲੱਗ ਗਿਆ, ਬਟੌਲੀ ਲੱਗ ਗਿਆ ਨੀਗੇ। ਅਤੇ ਮੈਂ ਇੱਥੋਂ ਅੰਬਾਲਾ ਸਾਨੂੰ ਨੇੜੇ ਪੈਂਦਾ ਗਾ। ਅੰਬਾਲਾ ਦੇ ਨੇੜੇ ਮਤਲਬ ਕਿ ਇੱਕ ਪਿੰਡ ਛੱਡ ਕੇ ਅੱਗੇ ਅੰਬਾਲਾ ਸ਼ੁਰੂ ਹੋ ਜਾਂਦਾ ਗਾ। ਸਾਨੂੰ ਕਹਿਣ ਦਾ ਮਤਲਬ ਅੰਬਾਲਾ ਨੇੜੇ ਪੈਂਦਾ ਗਾ, ਲਾਲੜੂ ਨੂੰ ਦੂਰ ਪੈ ਜਾਂਦਾ ਗਾ, ਯਾਨੀ ਕਿ ਜ਼ਿਲ੍ਹਾ ਸਾਡਾ ਮੋਹਾਲੀ ਹੈ ਜੀ। ਹਾਂਜੀ, ਸਭ ਤੋਂ ਪਹਿਲਾਂ ਮੁੱਢਲਾ ਸਵਾਲ ਇਹੀ ਹੈ ਕਿ ਸੰਘਰਸ਼ ਕਿਵੇਂ ਸ਼ੁਰੂ ਕਰਦੇ ਹੋ? ਕਿਵੇਂ ਮਨ ਦੇ ਵਿੱਚ ਭਾਵਨਾ ਉੱਠਦੀ ਹੈ ਕਿ ਜਿਹੜਾ ਕੌਮ ਵਾਸਤੇ ਸੰਘਰਸ਼ ਕਰਨਾ ਚਾਹੀਦਾ ਹੈ? ਕਿਵੇਂ ਉਹਨਾਂ ਨਕਸ਼ੇ ਹੋਏ ਕਦਮਾਂ ਦੇ ਵੱਲੇ ਚੱਲਦੇ ਹੋ? ਦੇਖੋ ਭਾਈ ਸਾਹਿਬ, ਗੱਲ ਹੈ ਜੀ, ਜੇ ਮੈਂ ਤੁਹਾਨੂੰ ਪੜ੍ਹਦੇ ਟਾਈਮ ਦੀ ਗੱਲ ਦੱਸਦਾ ਵੀ ਉਦੋਂ ਸੰਘਰਸ਼ ਕਾਫੀ ਜ਼ਿਆਦਾ ਜ਼ੋਰਾਂ 'ਤੇ ਸੀਗਾ। ਮੈਂ 89 ਦੇ ਵਿੱਚ +2 ਕਰ ਲਈ ਸੀ, 90, 91, 92, 95 ਹੈ ਨਾ। ਸੰਘਰਸ਼ ਦੇ ਵਿੱਚੋਂ ਕਾਫੀ ਇਹੀ ਦਿਨ ਰਹੇ ਨੇਗੇ। ਚਲੋ ਠੀਕ ਆ, ਉਸ ਟਾਈਮ ਅਸੀਂ ਇੱਕ ਸਪੋਰਟਸ ਕਰਦਾ ਸੀ, ਮੈਂ ਇਸ ਪਾਸੇ ਇੰਨਾ ਧਿਆਨ ਹੈ ਨਹੀਂ ਸੀ, ਪਰ ਇੱਕ ਚਾਹ ਹੁੰਦੀ ਸੀ ਮਨ 'ਚ ਵੀ ਇੱਕ ਖੜਕੂਆਂ ਪ੍ਰਤੀ ਹਮਦਰਦੀ ਸੀਗੀ ਵੀ ਸਿੰਘਾਂ ਦੇ ਨਾਲ ਰਹਿ ਕੇ ਕੋਈ ਸੇਵਾ ਕਰੀਏ ਹੈ ਨਾ, ਕੌਮ ਪ੍ਰਤੀ ਵੀ ਸਾਡੇ ਕੋਈ ਫਰਜ਼ ਬਣਦੇ ਨੇ ਵੀ ਜੇ ਨੌਜਵਾਨਾਂ ਨੇ ਹਥਿਆਰ ਚੱਕੇ ਨੇ। ਕਿਉਂਕਿ ਹਥਿਆਰ ਚੱਕਣ ਦਾ ਕਾਰਨ ਆਪਣੇ ਸਾਰੇ ਨੌਜਵਾਨਾਂ ਦਾ ਉਹੀ ਸੀਗਾ ਵੀ ਜੇ ਦਰਬਾਰ ਸਾਹਿਬ ਸਣੇ ਹੋਰ ਇੰਨੇ ਗੁਰਦੁਆਰਾ ਸਾਹਿਬ ਦੇ ਪੁਲਿਸ ਨੇ ਜਿਹੜੀ ਕਾਰਵਾਈ ਕੀਤੀ ਸੀਗੀ, ਉਸ ਦੇ ਰੋਸ ਵਜੋਂ ਹੀ ਸਾਡੇ ਦੇ ਵਿੱਚ ਸਾਰੇ ਸਿੱਖ ਨੌਜਵਾਨਾਂ ਦੇ ਵਿੱਚ ਇਹੀ ਰੋਸ ਸੀਗੀ ਵੀ ਅਸੀਂ ਵੀ ਸਿੱਖ ਕੌਮ ਦੀ ਸੇਵਾ ਕਰੀਏ, ਵੀ ਅਸੀਂ ਕਿਵੇਂ ਨਾ ਕਿਵੇਂ ਅਸੀਂ ਵੀ ਸੈਂਟਰ ਸਰਕਾਰ ਦੇ ਖਿਲਾਫ ਹਥਿਆਰਬੰਦ ਸੰਘਰਸ਼ ਕਰੀਏ ਅਤੇ ਕੁਛ ਨਾ ਕੁਛ ਅਸੀਂ ਵੀ ਆਪਣੇ ਹਲਕੇ ਦਾ, ਆਪਣੇ ਪਰਿਵਾਰ ਵੱਲੋਂ, ਆਪਣੇ ਹਲਕੇ ਜਾਂ ਆਪਣੇ ਕੌਮ ਵੱਲੋਂ ਕੋਈ ਨਾ ਕੋਈ ਸੇਵਾ ਪਾਈਏ। ਹਾਂਜੀ, ਦਰਬਾਰ ਸਾਹਿਬ ਤੇ ਹੋਏ ਅਟੈਕ ਦਾ ਮਨ ਦੇ ਵਿੱਚ ਗੁੱਸਾ ਸੀਗਾ? ਬਹੁਤ ਜ਼ਿਆਦਾ ਸੀਗਾ ਗੁੱਸਾ। ਜਦੋਂ ਚਲੋ ਉਸ ਟਾਈਮ ਤਾਂ ਉਮਰ ਸਾਡੀ ਛੋਟੀ ਸੀ, ਮੈਂ 6ਵੀਂ 7ਵੀਂ 'ਚ ਪੜ੍ਹਦਾ ਸੀਗਾ, ਪਰ ਫਿਰ ਜਿਵੇਂ ਹੌਲੀ ਹੌਲੀ ਕਾਲਜਾਂ ਯੂਨੀਵਰਸਿਟੀਆਂ 'ਚ ਗਏ ਪਤਾ ਲੱਗਦਾ ਰਿਹਾ। ਕਿਉਂਕਿ ਜਿਹੜੀ ਪ੍ਰੈਸ ਸੀ ਉਹਨੇ ਤਾਂ ਆਪਣਾ ਇਹ ਪੱਖ ਦਿਖਾਇਆ ਹੀ ਨੀਗਾ ਵੀ ਕਿਵੇਂ ਉੱਥੇ ਅਟੈਕ ਹੋਇਆ, ਸਿਰਫ ਆਪਣੇ ਖਿਲਾਫ ਇਹ ਭੁਗਤਦੀ ਰਹੀ ਹੈ ਪ੍ਰੈਸ ਵੀ ਉੱਥੇ ਸੰਤ ਭਿੰਡਰਾਂ ਵਾਲਿਆਂ ਨੇ ਉੱਥੇ ਦੇਖੋ ਇੰਨੇ ਹੱਥਲਾ ਇਕੱਠਾ ਕਰ ਲਿਆ ਸੀਗਾ, ਉੱਥੇ ਤੋਸੇਖਾਨੇ 'ਚ ਇੰਨੀ ਤੀਵੀਆਂ ਨੂੰ ਬੰਧਕ ਬਣਾਇਆ ਹੋਇਆ ਸੀਗਾ, ਜਦੋਂ ਕਿ ਸਾਰਾ ਕੁਝ ਝੂਠ ਸੀ ਇਹ। ਫਿਰ ਜਿਵੇਂ ਜਿਵੇਂ ਵੱਡੇ ਹੁੰਦੇ ਗਏ ਹੌਲੀ ਹੌਲੀ ਪਤਾ ਲੱਗਦਾ ਰਿਹਾ ਵੀ ਸਰਕਾਰਾਂ ਦੀ ਇਹ ਪਾਲਿਸੀਆਂ ਨੇ ਵੀ ਹੈ ਨਾ ਵੀ ਸਾਨੂੰ ਝੂਠ ਉਹ ਕਰਨ ਦੀਆਂ, ਵੀ ਸਾਡੇ ਖਿਲਾਫ ਚੱਲਣ ਦੀਆਂ। ਜੇ ਹੌਲੀ ਹੌਲੀ ਪੜ੍ਹਿਆ ਕਿ ਅਖਬਾਰਾਂ ਦੇ ਵਿੱਚ ਜਾ ਕੇ, ਕੁਛ ਅਖਬਾਰ ਵੀ ਉਸ ਟਾਈਮ ਸੈਂਸਰ ਲੱਗੇ ਹੋਏ ਸੀਗੇ, ਉਹ ਵੀ ਕੋਈ ਸੱਚੀ ਖਬਰ ਦਿੰਦੇ ਨਹੀਂ ਸੀਗੇ। ਅੱਜ ਕੱਲ੍ਹ ਵਾਲਾ ਮੀਡੀਆ ਹੈ ਨਹੀਂ ਸੀ ਸੋਸ਼ਲ, ਸੋ ਬਹੁਤ ਹੀ ਜ਼ਿਆਦਾ ਯਾਨੀ ਕਿ ਸੱਚਾਈ ਬੜੀ ਔਖੀ ਅੱਗੇ ਸਮਝ ਆਉਂਦੀ ਸੀਗੀ। ਉਹ ਵੀ ਜਿਹੜਾ ਮੁੰਡਾ ਪਿੰਡੋਂ ਕੋਈ ਕਾਲਜ ਯੂਨੀਵਰਸਿਟੀਆਂ 'ਚ ਪੜ੍ਹਨ ਚਲਿਆ ਗਿਆ, ਉਹਨੂੰ ਪਤਾ ਲੱਗਦਾ ਸੀ ਜਾ ਕੇ ਵੀ ਹਾਂ ਅਸਲੀ ਸੱਚਾਈ ਕੀ ਹੈ। ਸੋ ਇਸ ਰੋਸ ਸੀ ਕਾਫੀ ਜ਼ਿਆਦਾ ਦਿਲਾਂ ਦੇ ਵਿੱਚ
ਸੋ ਜਿਸ ਕਰਕੇ ਪਹਿਲਾਂ ਸ਼ੁਰੂ ਦੇ ਵਿੱਚ ਸਿੰਘਾਂ ਦੀ ਪਨਾਹ ਵੀ ਰਹੀ ਹੈ। ਮੈਂ ਹੋਸਟਲ 'ਚ ਪੜ੍ਹਦਾ ਰਿਹਾ ਗੌਰਮੈਂਟ ਮਹਿੰਦਰਾ ਕਾਲਜ 'ਚ, ਅਤੇ ਪਨਾਹ ਰਹਿਣ ਦੇ ਰਹਿੰਦੇ ਵੀ ਹੋਰਾਂ ਨਾਲ ਸੰਪਰਕ ਵੀ ਹੋਏ ਨੇ ਫਿਰ, ਅਤੇ ਐਂ ਸੇਵਾ ਹੌਲੀ ਹੌਲੀ ਕਰਦੇ ਰਹੇ ਜੀ। ਕਦੇ ਸੰਘਰਸ਼ ਵਿੱਚ ਆਉਣ ਤੋਂ ਪਹਿਲਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੋਵੇ ਕਿ ਪੁਲਿਸ ਨੇ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਹੋਵੇ, ਜਾਂ ਤੁਹਾਡਾ ਜਿਹੜਾ ਕੋਈ ਸੰਗੀ ਸਾਥੀ ਹੋਵੇ ਉਹਨੂੰ ਤੰਗ ਪਰੇਸ਼ਾਨ ਕੀਤਾ ਹੋਵੇ, ਇਸ ਤਰ੍ਹਾਂ ਦਾ ਹੋਇਆ ਕਦੇ? ਨਹੀਂ, ਇਹੋ ਜਿਹਾ ਪੈਸਾ ਕਦੇ ਨਹੀਂ ਹੋਇਆ। ਦੇਖੋ ਮੈਂ ਤੁਹਾਨੂੰ ਦੱਸਾਂ, ਮੈਂ ਨਾ ਪਲੱਸ 89 ਦੇ ਵਿੱਚ +2 ਕਰਨ ਤੋਂ ਬਾਅਦ ਸਪੋਰਟਸਮੈਨ ਸੀ। ਮੈਂ ਪੁਲਿਸ 'ਚ ਭਰਤੀ ਹੋ ਗਿਆ ਸੀਗਾ। ਮੈਂ 91 ਦੇ 92 'ਚ 2 ਸਾਲ ਲਾਏ ਨੇਗੇ, ਐਜ਼ ਏ ਕਾਂਸਟੇਬਲ ਭਰਤੀ ਹੋਇਆ ਸੀ ਮੈਂ। ਸੋ ਉਹ 2 ਸਾਲ ਮੈਂ ਲਾਉਣ ਤੋਂ ਬਾਅਦ ਰਿਜ਼ਾਈਨ ਕਰਕੇ ਦੁਬਾਰੇ ਮੈਂ ਗੌਰਮੈਂਟ ਮਹਿੰਦਰਾ ਕਾਲਜ ਐਡਮਿਸ਼ਨ ਲੈ ਲਈ ਸੀਗੀ। ਰਿਜ਼ਾਈਨ ਕਿਉਂ ਕੀਤਾ? ਉਹ ਤਾਂ ਵੈਸੇ ਹੀ ਮੇਰੀ ਆਪਣੀ ਪਰਸਨਲੀ ਉਹ ਸੀਗੀ ਵੀ ਸ਼ਾਇਦ ਅੱਗੇ ਕੋਈ ਹੋਰ ਅਫਸਰ ਦੇ ਰੈਂਕ ਦੇਖ ਲਾਂਗੇ, ਹੈ ਨਾ, ਵੀ ਸਿਪਾਹੀ ਹੈ ਇੱਕ ਜਿਵੇਂ ਹੁੰਦਾ ਹਰੇਕ ਦੇ ਇਨਸਾਨ 'ਚ, ਵੀ ਅੱਗੇ ਵੱਡਾ ਕੋਈ ਥਾਣੇਦਾਰ ਦੇਖ ਲਾਂਗੇ ਜਾਂ ਕੋਈ ਹੋਰ ਮਹਿਕਮਾ ਦੇਖ ਲਾਂਗੇ। ਇਸ ਵਿਸ਼ੇ 'ਤੇ ਮੈਂ ਰਿਜ਼ਾਈਨ ਦਿੱਤਾ ਸੀਗਾ। ਆਮ ਕਰਕੇ ਤੁਹਾਡੇ ਬਾਰੇ ਇਹ ਵੀ ਗੱਲ ਬੜੀ ਸੁਣਨ ਨੂੰ ਮਿਲਦੀ ਹੈ ਕਿ ਭਾਈ ਦਿਲਾਵਰ ਸਿੰਘ ਜਿਹੜੇ ਕੌਮ ਦੇ ਸ਼ਹੀਦ ਮੰਨੇ ਗਏ ਨੇ, ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਇਹ ਜਿਹੜੇ ਜਿੰਨੇ ਵੀ ਤਮਾਮ ਕੌਮੀ ਸਿੰਘ ਹੈ, ਕੌਮੀ ਯੋਧੇ ਨੇ, ਉਹਨਾਂ ਦੀ ਸੰਗਤ ਤੁਸੀਂ ਮਾਣੀ ਹੈ, ਉਹਨਾਂ ਦੇ ਨਾਲ ਰਾਬਤਾ ਕਾਇਮ ਕਿਵੇਂ ਹੁੰਦਾ ਤੁਹਾਡਾ? ਨਹੀਂ, ਰਾਬਤਾ ਮੈਂ ਤੁਹਾਨੂੰ ਦੱਸਾਂ, ਭਾਈ ਦਿਲਾਵਰ ਸਿੰਘ ਹੋ ਗਏ ਜਾਂ ਲਖਵਿੰਦਰ ਸਿੰਘ ਲੱਖਾ ਨਾ, ਇਹ ਗੌਰਮੈਂਟ ਮਲਟੀਪਰਪਜ਼ ਸਕੂਲ ਹੈ ਜੀ ਪਟਿਆਲੇ ਪਾਸੀ ਰੋਡ 'ਤੇ। ਇਹਨਾਂ ਦੇ ਉੱਤੇ ਪੜ੍ਹਨ ਟਾਈਮ ਮੈਂ ਥੋੜ੍ਹੀ ਮੋਟੀ ਦੋਸਤੀ ਸੀ ਸਾਡੇ ਨਾਲ। ਲੱਖੇ ਤੇ ਦਿਲਾਵਰ ਦੀ ਗੱਲ ਕਰਦਾ ਮੈਂ, ਲਖਵਿੰਦਰ ਸਿੰਘ ਤੇ ਦਿਲਾਵਰ ਸਿੰਘ ਦੀ। ਮੈਂ ਵੀ ਉਸੇ ਸਕੂਲ 'ਚ ਪੜ੍ਹਿਆਗਾ, +1 2 ਮੈਂ ਵੀ ਉੱਥੇ ਕੀਤੀ ਹੈ। ਸੋ ਕਹਿਣ ਦਾ ਮਤਲਬ ਜਦੋਂ 95 'ਚ ਇਹਨਾਂ ਦੀ ਫੋਟੋ ਆਈਆਂ ਸੀ, ਉਦੋਂ ਪਛਾਣੇ ਸੀ ਵੀ ਯਾਰ ਇਹ ਤਾਂ ਆਪਣੇ ਨਾਲ ਪੜ੍ਹਦੇ ਹੁੰਦੇ ਸੀਗੇ। ਸੋ ਇਸ ਕਰਕੇ ਇਹਨਾਂ ਨੂੰ ਐਂ ਜਾਣਦੇ ਸੀਗੇ। ਜਿਹੜਾ ਗੁਰਮੀਤ ਸਿੰਘ ਇੰਜੀਨੀਅਰ ਹੈ, ਮੈਂ ਉੱਥੇ ਮਹਿੰਦਰਾ ਕਾਲਜ 'ਚ ਇੱਕ ਪ੍ਰੈਜ਼ੀਡੈਂਟ ਵੀ ਰਿਹਾਗਾ। ਅਸੀਂ ਕਾਲਜਾਂ ਜਿਵੇਂ ਪ੍ਰਧਾਨ ਬਣਾਉਣ ਜਾਂਦੇ ਹੁੰਦੇ ਸੀਗੇ, ਹੈ ਨਾ। ਥਾਪਰ ਕਾਲਜ ਵੀ ਅਸੀਂ ਆਉਣ ਜਾਣਾ ਮੇਰਾ ਚੰਗਾ ਸੀਗਾ। ਇਹ ਥਾਪਰ 'ਚ ਇੰਜੀਨੀਅਰ ਕਰਦਾ ਸੀਗਾ ਗੁਰਮੀਤ ਸਿੰਘ। ਅਤੇ ਜਿਹੜੇ ਫਿਰ ਇਹਦੇ ਨਾਲ ਦੇ ਡਿਪਲੋਮਾ ਕਰਦੇ ਸੀਗੇ, ਜਦੋਂ 95 'ਚ ਇਹਨਾਂ ਦੀ ਫੋਟੋ ਆਈਆਂ, ਹਾਈਲਾਈਟ ਉਹ ਗੱਲ ਹੋਈ ਸਾਰੀ ਵੀ ਗੁਰਮੀਤ ਸਿੰਘ ਇੰਜੀਨੀਅਰ ਸੀ ਜਿਹਨੇ ਬੈਲਟ ਬਣਾਈ। ਉਹ ਪਤਾ ਲੱਗਿਆ ਵੀ ਇਹ ਤਾਂ ਉਹੀ ਸੀ ਵੀ ਜਿਹਨੂੰ ਜਿਹੜਾ ਵਿਚਾਰਾ ਆਪਣੇ ਨਾਲ ਬੈਠਿਆ ਹੁੰਦਾ ਸੀ, ਕੁਰਸੀਆਂ 'ਤੇ ਚੁੱਪਚਾਪ ਬੈਠਿਆ ਰਹਿੰਦਾ ਸੀ, ਹੈ ਨਾ। ਸੋ ਇਹ ਇਸ ਤਰੀਕੇ ਨਾਲ ਮੇਰਾ ਮੇਲ ਜੋਲ ਸੀ ਇਹਨਾਂ ਨਾਲ। ਸੋ ਭਾਈ ਜਗਤਾਰ ਸਿੰਘ ਹਵਾਰਾ ਇਹ ਸਪੋਰਟਸ ਕਰਕੇ, ਇਹ ਜਦੋਂ ਪੰਜਾਬੀ ਯੂਨੀਵਰਸਿਟੀ ਵਿੱਚ ਵਾਲੀਬਾਲ ਦੀ ਟੀਮ 'ਚ ਆਉਂਦਾ ਸੀਗਾ, ਉਦੋਂ ਮਾੜਾ ਮੋਟਾ ਹੈਲੋ ਹਾਈ ਨਾਲ ਸੀਗੀ। ਅਤੇ ਇੰਨਾ ਨਹੀਂ, ਉਸ ਟਾਈਮ ਤਾਂ ਕੋਈ ਹੈ ਹੀ ਨਹੀਂ ਸੀ ਮੂਵਮੈਂਟ ਲੈਣ ਦੇ ਵਿੱਚ ਇਹ, ਹੈ ਨਾ। ਸੋ ਭਾਈ ਹਵਾਰਾ ਵੀ ਉਸ ਤੋਂ ਬਾਅਦ ਇਹ ਭਗੌੜੇ ਹੋਏ ਨੇਗੇ। ਅਤੇ ਫਿਰ ਜਦੋਂ 95 ਦੇ ਵਿੱਚ ਇਹਨਾਂ ਨੇ ਬਲਾਸਟ ਹੋਏ, ਬੈਂਤ ਕਾਂਡ ਹੋਇਆਗਾ, ਅਤੇ ਉਸ ਤੋਂ ਬਾਅਦ ਮੈਂ ਤਾਂ ਪਛਾਣੇ, ਹਾਂ ਬਲਵੰਤ ਸਿੰਘ ਨੂੰ ਜ਼ਰੂਰ ਮੈਂ ਜਾਣਦਾ ਸੀ ਚੰਗੀ ਤਰ੍ਹਾਂ। ਬਲਵੰਤ ਸਿੰਘ ਮੇਰਾ ਦੋਸਤ ਸੀ, ਸਪੋਰਟਸ ਕਰਕੇ ਪੁਲਿਸ ਦੇ ਵਿੱਚ ਸੀਗਾ। ਬਲਵੰਤ ਸਿੰਘ ਵੀ ਜਦੋਂ ਆਪਣਾ ਇੱਕ ਜਿਹਦੇ ਇੱਕ ਫੀਤੀ ਲੱਗੀ ਹੁੰਦੀ ਹੈ, ਯਾਨੀ ਕਿ C2 ਕਹਿ ਦਿੰਦੇ ਆ, ਹੌਲਦਾਰ, ਛੋਟਾ ਹੌਲਦਾਰ ਸੀਗਾ ਇਹ। ਇਸ ਕਰਕੇ ਮੈਂ ਵਾਕਫ ਸੀਗਾ। ਅਸੀਂ ਪਟਿਆਲੇ ਰੇਂਜ ਦੇ ਵਿੱਚ ਇਕੱਠੇ ਖੇਡਦੇ ਸੀਗੇ। ਜੋ ਸਾਨੂੰ ਰਿਫਰੈਸ਼ਮੈਂਟ ਮਿਲਦੀ ਸੀ ਖਾਣ ਪੀਣ ਨੂੰ, ਅਸੀਂ ਇਕੱਠੇ ਗੇਮ ਕਰਕੇ ਪੁਲਿਸ ਲਾਈਨ 'ਚ ਅਸੀਂ ਇਕੱਠੇ ਖਾਂਦੇ ਪੀਂਦੇ। ਨਹੀਂ, ਇਹ ਵਾਲੀਬਾਲ ਖੇਡਦਾ ਸੀ। ਹਾਂ, ਨਾ ਵਾਲੀਬਾਲ ਕਰਦਾ, ਇਹ ਐਥਲੈਟ ਹੀ ਕਰਦਾ ਸੀਗਾ ਬਲਵੰਤ ਸਿੰਘ। ਸੋ ਅਸੀਂ ਉੱਥੇ ਕੁਰਸੀਆਂ 'ਤੇ ਬਹਿ ਕੇ ਇਕੱਠੇ ਹੱਸਦੇ ਖੇਡਦੇ ਰਹੇ ਹਾਂ। ਇਹ ਉੱਥੋਂ ਦਾ ਮੇਰਾ ਵਾਕਫ ਸੀਗਾ। ਹਾਂਜੀ। ਤੁਸੀਂ ਮੂਵਮੈਂਟ ਦੇ ਵਿੱਚ ਕਦੋਂ ਆ ਜਾਂਦੇ ਹੋ ਫਿਰ? ਮੇਰੇ ਤਾਂ ਮੂਵਮੈਂਟ ਵਿੱਚ ਭਾਈ ਸਾਹਿਬ ਦੁਬਾਰੇ ਕਹਿਣ ਦਾ ਮਤਲਬ, ਮੂਵਮੈਂਟ ਦੇ ਵਿੱਚ ਜਦੋਂ ਮੈਂ ਪੜ੍ਹਦਾ ਸੀ ਉਸ ਟਾਈਮ ਦਾ, ਚਲੋ ਹੈਲੋ ਹਾਈ ਦਾ ਸਾਰ ਬਹੁਤ ਸਿੰਘਾਂ ਨਾਲ ਸੀਗੀ, ਅਤੇ ਹੋਸਟਲ 'ਚ ਵੀ ਬਥੇਰੇ ਆਉਂਦੇ ਸੀਗੇ, ਹੈ ਨਾ। ਪਨਾਹ ਵੀ ਸੀ। ਯਾਨੀ ਕਿ 92 93 ਤੋਂ ਬਾਅਦ ਹਾਲਾਤ ਇਹੋ ਜਿਹੇ ਹੋ ਗਏ ਸੀਗੇ ਕਿ ਜਿਹੜੇ ਮੁੰਡੇ ਭਗੌੜੇ ਸੀਗੇ ਉਹ ਜਾਨ ਬਚਾਉਣ ਲਈ ਆਪਣੇ ਲੁਕਦੇ ਫਿਰਦੇ ਸੀਗੇ। ਜਿੰਨੇ ਵੀ ਮੇਰੇ ਕੋਲ ਨਾਲ ਸੰਬੰਧ ਸੀ ਆਉਂਦੇ ਸੀ, ਉਹ ਇਹੀ ਕਹਿੰਦੇ ਸੀ ਵੀ ਕੋਈ ਫਾਇਦਾ ਨਹੀਂ ਯਾਰ, ਸਾਨੂੰ ਇਹੀ ਨਹੀਂ ਪਤਾ ਲੱਗ ਰਿਹਾ ਆਪਣਾ ਕੌਣ ਹੈ ਬੇਗਾਨਾ ਕੌਣ ਹੈ। ਕਿਉਂਕਿ ਜਦੋਂ ਬੇਅੰਤ ਸਿੰਘ ਦੀ ਸਰਕਾਰ ਬਣੀ 92 91 'ਚ, ਉਹਨੇ ਇੰਨਾ ਜ਼ਿਆਦਾ ਪੁਲਿਸ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ। KPS ਗਿੱਲ ਮੁਖੀ ਸੀਗਾ ਵੀ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ, ਪੁਲਿਸ ਦਾ ਹੀ ਰਾਜ ਚੱਲ ਪਿਆ ਇੱਕ ਤਰ੍ਹਾਂ ਦਾ। ਕੋਈ ਜੱਜ, ਕੋਈ DC ਤੱਕ ਨਹੀਂ ਇਹ ਲੋਕਾਂ ਨੇ ਬਖਸ਼ੇ ਸੀ ਉਸ ਟਾਈਮ। ਪੁਲਿਸ ਦਾ ਰਾਜ ਸੀਗਾ ਵੀ ਤੁਸੀਂ ਜਿਹਨੂੰ ਮਰਜ਼ੀ ਫੜ ਕੇ ਇਨਕਾਊਂਟਰ ਕਰ ਸਕਦੇ, ਜਿਹਨੂੰ ਮਰਜ਼ੀ ਚੱਕ ਕੇ ਆਪਣਾ ਤਸੀਹੇ ਦੇ ਸਕਦੇ ਹੋ, ਵੀ ਤੁਹਾਡੇ 'ਤੇ ਕੋਈ ਪੁੱਛਗਿੱਛ ਨਹੀਂ ਹੋਊਗੀ। ਸੋ ਉਸ ਟਾਈਮ ਯਾਨੀ ਕਿ ਇਹੋ ਜਿਹੇ ਹਾਲਾਤ ਹੋ ਗਏ ਸੀਗੇ ਵੀ ਜਿਹੜੇ ਮੂਵਮੈਂਟ ਦੇ ਵਿੱਚ ਵਿਚਾਰੇ ਜਾਨ ਬਚਾਉਂਦੇ ਫਿਰਦੇ ਸੀਗੇ। ਇੱਕ ਇਲੈਕਸ਼ਨ ਦਾ ਬਾਈਕਾਟ ਕਰਾਤਾ ਕਾਂਗਰਸ ਨੇ ਖੁਦ ਆਪੇ ਵਿੱਚ ਘੁਸਪੈਠ ਕਰਕੇ, ਸਿੱਖਾਂ ਦਾ ਬਾਈਕਾਟ ਕਰਾ ਕੇ ਇੱਕ 5% ਜਾਂ 7% ਦੇ ਵੋਟ ਦੇ ਨਾਲ ਬੇਅੰਤ ਸਿੰਘ ਨੇ ਇੱਕ ਵੋਟਾਂ ਪਵਾ ਕੇ ਦਿੱਲੀ ਸਰਕਾਰ ਨੂੰ ਸ਼ੋਅ ਕਰਤਾ ਵੀ ਦੇਖੋ ਜੀ ਅਸੀਂ 15%, ਜਦੋਂ ਕਿ 15% ਹੁੰਦੀ ਹੈ ਵੀ ਜਿਹੜੀ ਵੋਟਿੰਗ ਹੈ ਜਿਹੜੀ ਤੁਹਾਡੇ ਸਟੇਟ ਦੀ ਪਵੇ ਫੇਰ ਸਰਕਾਰ ਮੰਨੀ ਜਾਂਦੀ ਹੈ। ਇਹਨਾਂ ਦਾ 7% ਵੋਟ ਵੀ ਨਹੀਂ ਪਈ ਸੀ ਉਦੋਂ, ਠੀਕ ਹੈ ਜੀ। ਉਹਨਾਂ ਨੇ ਸ਼ੋਅ ਕਰਤਾ ਵੀ ਦੇਖੋ ਸਾਡੀ ਸਰਕਾਰ, ਦਿੱਲੀ ਨੇ, ਉਹ ਦਿੱਲੀ ਚਾਹੁੰਦੀ ਇਹੀ ਸੀਗੀ, ਤਾਂ ਉਸ ਟਾਈਮ ਕਾਂਗਰਸ ਸਰਕਾਰ ਬਣ ਗਈ। ਸੋ ਕਾਂਗਰਸ ਸਰਕਾਰ ਨੇ ਏਡੀ ਹਨੇਰੀ ਚਲਾਤੀ, ਨੌਜਵਾਨ ਮੁੰਡਿਆਂ ਦਾ ਇੰਨੇ ਕਤਲੇਆਮ ਹੋਇਆ ਹੈਗਾ, ਇੰਨੇ ਪਰਿਵਾਰ ਉਜਾੜੇ ਨੇਗੇ, ਜਿਹੜੇ ਰੋਟੀ ਖਵਾਉਂਦੇ ਸੀ ਉਹਨਾਂ ਵਿਚਾਰਿਆਂ ਦਾ ਬੁਰਾ ਹਾਲ ਕੀਤਾ ਹੈਗਾ। ਸੋ ਬਹੁਤ ਹੀ ਜ਼ਿਆਦਾ ਹਾਲਾਤ ਬਿਹਤਰ ਹੋ ਗਏ ਸੀਗੇ।
ਸੋ ਕਹਿਣ ਦਾ ਮਤਲਬ ਉਸ ਟਾਈਮ ਫਿਰ ਮੂਵਮੈਂਟ ਦੇ ਵਿੱਚ ਆਉਣ ਦਾ ਕੋਈ ਜਿਹੜਾ ਮਤਲਬ ਕਿ ਪਹਿਲਾਂ ਸੀਗਾ ਉਹ ਇਹੀ ਵਿਚਾਰਦਾ ਸੀਗਾ ਵੀ ਆਪਣਾ ਤੁਸੀਂ ਜਿੱਥੇ ਬੈਠੇ ਹੋ ਉੱਥੇ ਬੈਠੇ ਰਹੋ, ਕੋਈ ਫਾਇਦਾ ਨਹੀਂ ਸੀ ਇੱਧਰ ਆਉਣ ਦਾ ਗਾ। ਤੁਸੀਂ ਕਦੋਂ ਗਏ ਸੀ ਜੇਲ੍ਹ? ਮੈਂ ਜੇਲ੍ਹ ਗਿਆ ਭਾਈ ਸਾਹਿਬ ਸਨ 2001 ਚ 2000 ਚ, ਹਾਂ 2000 ਸਨ 2001 ਚ। ਉਹ ਮੇਰਾ ਪਰਸਨਲ ਕੋਈ ਕੇਸ ਸੀਗਾ, ਉਸ 'ਚ ਕੇਸ ਮੈਂ ਬੜੈਲ ਜੇਲ੍ਹ ਚੰਡੀਗੜ੍ਹ ਗਿਆ ਸੀਗਾ। ਉਸ ਕੇਸ ਦੇ ਵਿੱਚ ਮੈਂ ਪਹਿਲਾਂ ਪੀਓ ਚੱਲਿਆ ਰਿਹਾ ਸੀ, ਯਾਨੀ ਕਿ ਜਿਹੜਾ ਕਾਨੂੰਨ ਵੱਲੋਂ ਭਗੌੜਾ ਹੁੰਦਾ ਗਾ, ਉਹ 94 ਦਾ ਕੇਸ ਸੀਗਾ ਕੋਈ। ਸੋ ਉਸ ਸਾਲ ਫਿਰ ਮੈਂ 2 ਸਾਲ ਬੜੈਲ ਜੇਲ੍ਹ ਚਲਾਏ। ਉੱਥੇ ਫਿਰ ਸਾਰੀ ਟੀਮ ਮੈਨੂੰ ਮਿਲੀ ਦੁਬਾਰੇ। ਉਦੋਂ ਦਾ ਅਸੀਂ ਸਕੂਲਾਂ ਟਾਈਮ ਪੜ੍ਹਦੇ ਹੁੰਦੇ ਸੀ ਹੈ ਨਾ। ਅਤੇ ਫਿਰ ਜਦੋਂ ਸਾਰਿਆਂ ਦੀਆਂ ਦਾੜ੍ਹੀਆਂ ਆ ਗਈਆਂ, ਉਮਰ 'ਚ ਵੀ ਕਾਫੀ ਵੱਡੇ ਹੋ ਗਏ, ਉੱਥੇ ਜਾ ਕੇ ਮਿਲੇ ਬਲਵੰਤ ਸਿੰਘ ਰਾਜੋਆਣਾ ਮਿਲੇ, ਭੱਜ ਗਏ। ਅਤੇ ਹੋਰ ਜਦੋਂ ਲੱਖੇ ਨਾਲ ਗੱਲਬਾਤ ਹੋਈ ਉਦੋਂ ਪਤਾ ਲੱਗਿਆ ਵੀ ਹਾਂ ਆਪਾਂ ਮਲਟੀਪਲ ਸਕੂਲ 'ਚ ਪੜ੍ਹੇ ਐਂ ਕਰਕੇ। ਗੁਰਮੀਤ ਸਿੰਘ ਨਾਲ ਗੱਲਬਾਤ ਹੋਈ, ਭਾਈ ਜਗਤਾਰ ਸਿੰਘ ਹਵਾਰੇ ਨਾਲ ਹੋਈ, ਇਹਨਾਂ ਨਾਲ ਫਿਰ ਮੇਲ ਜੋਲ ਹੋਇਆ ਮੇਰਾ। ਚੰਡੀਗੜ੍ਹ ਬੜੈਲ ਜੇਲ੍ਹ 'ਚ ਹੀ ਰਹੇ? ਹਾਂ ਚੰਡੀਗੜ੍ਹ ਬੜੈਲ ਜੇਲ੍ਹ। ਜਿਹੜੀ ਬੜੈਲ ਜੇਲ੍ਹ ਦੇ ਵਿੱਚ ਇਹ ਵੀ ਕਿਹਾ ਜਾਂਦਾ ਕਿ ਭਾਈ ਜਗਤਾਰ ਸਿੰਘ ਹਵਾਰਾ ਦੇ ਵੱਲੋਂ ਜਾਂ ਜਿਹੜੇ ਹੋਰ ਬੰਦੀ ਸਿੰਘ ਸੀ ਜਾਂ ਤੁਸੀਂ ਵੀ ਉਹਨਾਂ ਦੇ ਵਿੱਚ ਸ਼ਾਮਲ ਸੀਗੇ, ਜਿਹੜੀ ਵਿਉਂਤ ਬਣਾਈ ਜਾਂਦੀ ਹੈ ਜੇਲ੍ਹ ਤੋਂ ਬਾਹਰ ਨਿਕਲਣ ਵਾਸਤੇ, ਉਹ ਵਿਉਂਤ ਕਿਵੇਂ ਬਣਾਈ ਜਾਂਦੀ ਹੈ? ਨਹੀਂ ਉਹ ਵਿਉਂਤ ਭਾਈ ਸਾਹਿਬ ਐਂ ਨਹੀਂ ਦੇਖੋ ਬਣਦੀ। ਕਹਿਣ ਦਾ ਮਤਲਬ ਜਗਤਾਰ ਸਿੰਘ ਹਵਾਰਾ ਹੋ ਗਿਆ, ਪਰਮਜੀਤ ਭਿਓਰਾ ਹੋ ਗਿਆ, ਜਗਤਾਰ ਸਿੰਘ ਤਾਰਾ ਹੋ ਗਿਆ, ਇੱਕ ਇਹਨਾਂ ਦਾ ਚੌਥਾ ਨੌਕਰ ਆ। ਇਹ ਚਾਰੇ ਇੱਕੇ ਬੈਰਕ 'ਚ ਬੰਦ ਸੀਗੇ। ਇਹ ਪਹਿਲਾਂ ਸੀਗੇ ਸੈਂਟਰ 'ਚ ਬੰਦ, ਜਿੱਥੇ ਗੁਰਦੁਆਰਾ ਬੈਰਕ ਸੀਗੀ। ਉਹ ਜੇਲ੍ਹ 'ਚੋਂ ਜਿਹੜੀ ਜੇਲ੍ਹ ਦੀ ਬਾਉਂਡਰੀ ਸੀ ਉਹ ਕਾਫੀ ਦੂਰ ਸੀਗੀ। ਇਹਨਾਂ ਦਾ ਹੀ ਕਿਸੇ ਅੰਦਰ ਬੀੜੀ ਸਿਗਰਟਾਂ ਮਿਲਦੀਆਂ ਸੀਗੀਆਂ ਜੇਲ੍ਹ 'ਚ। ਇੱਕ ਛੋਟੀ ਕੰਟੀਨ ਹੈ, ਉਸ ਪਿੱਛੇ ਇਹਨਾਂ ਨੇ ਹੜਤਾਲ ਕੀਤੀ ਸੀਗੀ ਵੀ ਇਹ ਬੰਦ ਹੋਣੀ ਚਾਹੀਦੀ ਹੈ ਭਾਈ ਜਗਤਾਰ ਸਿੰਘ ਹਵਾਰਾ ਨੇ। ਉਹ ਹੜਤਾਲ ਤੋਂ ਇੰਨਾ ਆਪਸ ਦੇ ਵਿੱਚ ਟਕਰਾਅ ਹੋ ਗਿਆ ਪ੍ਰਸ਼ਾਸਨ ਦੇ ਨਾਲ ਕਿ ਲਾਠੀ ਚਾਰਜ ਹੋ ਗਿਆ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਨਾ ਵੀ ਹੂਟਰ ਵੱਜ ਗਿਆ। ਜੇਲ੍ਹ 'ਚ ਜਦੋਂ ਹੂਟਰ ਵੱਜ ਜਾਂਦਾ ਨਾ, ਉਹਦਾ ਮਤਲਬ ਇਹੀ ਹੁੰਦਾ ਵੀ ਜਿਹੜਾ ਤੁਹਾਨੂੰ ਬਾਹਰ ਮਿਲ ਗਿਆ ਉਹਦੇ ਪੁਲਿਸ ਬਾਹਰੋਂ ਆ ਜਾਂਦੀ ਹੈ ਡੰਡੇ ਲੈ ਕੇ, ਉਹ ਡੰਡੇ ਨਾਲ ਕੁੱਟਦੀ ਹੈ ਪੂਰਾ ਉਹ। ਸੋ ਕਹਿਣ ਦਾ ਮਤਲਬ ਉਹ ਹੂਟਰ ਹੋਣ ਤੋਂ ਬਾਅਦ ਫਿਰ ਇਹ ਉਸ ਹਵਾ ਉੱਥੋਂ ਵਿਚਕਾਰੋਂ ਕੱਢ ਕੇ ਇਹ ਆਪਣਾ ਗੁਰਦੁਆਰਾ ਬੈਰਕ 'ਚੋਂ ਇੱਕ ਪਿੱਛੇ ਛੋਟੀ ਬੈਰਕ ਦਾ ਉਹ 'ਚ ਪਾਤੇ ਸੀ। ਇਹ ਉਹ ਬਿਲਕੁਲ ਨੇੜੇ ਸੀ ਕੰਧ ਦੇ, 100 ਫੁੱਟ ਦਾ ਫਾਸਲਾ ਸੀਗਾ। ਇਹ ਫਿਰ ਚਾਰੇ ਉੱਥੇ ਰਹੇ, ਫਿਰ ਚਾਰੇ ਉੱਥੋਂ ਇਹਨਾਂ ਨੇ ਵਿਉਂਤਬੰਦੀ ਬਣਾਈ, ਉੱਥੋਂ ਫਿਰ ਸੁਰੰਗ ਪੱਟ ਕੇ ਇਹ ਫਰਾਰ ਹੋਣ 'ਚ ਸਫਲ ਹੋਏ। ਭਾਈ ਸਾਹਿਬ ਤੇ ਵੀ ਤਸ਼ੱਦਦ ਹੋਇਆ ਪੁਲਿਸ ਦੇ ਵੱਲੋਂ ਕੀਤਾ ਗਿਆ? ਕਿਹੜੇ ਭਾਈ ਸਾਹਿਬ ਜੀ? ਭਾਈ ਜਗਤਾਰ ਸਿੰਘ ਹਵਾਰਾ ਦਾ ਜ਼ਿਕਰ ਆਉਂਦਾ ਕਿ ਉਹਨਾਂ ਦੇ ਉੱਪਰ ਤਸ਼ੱਦਦ ਹੋਇਆ ਪੁਲਿਸ ਨੇ। ਪੁਲਿਸ ਦੇ ਨੇ ਉਸ ਟਾਈਮ 95 ਦੇ ਵਿੱਚ ਵੀ ਕਾਫੀ ਤਸ਼ੱਦਦ ਹੋਇਆ ਇਹਨਾਂ ਦਾ। ਸਭ ਤੋਂ ਵੱਧ ਤਸ਼ੱਦਦ ਭਾਈ ਜਗਤਾਰ ਸਿੰਘ ਹਵਾਰਾ ਦੇ ਹੋਇਆਗਾ, ਕਿਉਂਕਿ ਮੇਨ ਸੀਗੇ, ਸਾਰੀ ਮੇਨ ਪਲੈਨਿੰਗ ਕਰਨ ਵਾਲੇ ਇਹ ਸੀਗੇ। ਜਿਹੜੀ ਤਮਾਕੂ ਵਾਲੀ ਘਟਨਾ ਹੋਈ ਉਹ ਲੱਗ ਹੈ, ਉਹ ਲੱਗ ਹੈ। ਇਹ ਮੈਂ 95 ਦੀ, ਕਦੋਂ ਹੁੰਦੀ ਹੈ ਜੀ? ਉਹ ਸਨ 2004-5 'ਚ ਹੁੰਦੀ ਹੈ ਉਹ। ਇਹ ਮੈਂ ਤੁਹਾਨੂੰ ਇਹ ਮੈਂ 1995 ਦੀ ਗੱਲ ਕਰ ਰਿਹਾ। 1995 'ਚ ਵੀ ਮੇਨ ਇਹੀ ਸੀਗੇ, ਜਦੋਂ ਕਿ ਇਹਨਾਂ ਦੇ ਪੱਟ 'ਚ ਗੋਲੀ ਵੀ ਵੱਜੀ ਹੈ ਜਗਤਾਰ ਸਿੰਘ ਹਵਾਰਾ ਦੇ। ਗੋਲੀ ਵੱਜਣ ਤੋਂ ਬਾਅਦ ਫਿਰ ਇਹ ਉਸ ਤੋਂ ਬਾਅਦ ਗੋਲੀ ਵੱਜਣ ਤੋਂ ਬਾਅਦ ਫਿਰ ਇਹ ਜਦੋਂ ਫੜੇ ਗਏ ਨੇਗੇ, ਕਿਉਂਕਿ ਬਾਹਰੋਂ ਪਾਕਿਸਤਾਨ ਤੋਂ ਇਹ ਖੁਦ ਆਏ ਸੀਗੇ, ਉੱਥੋਂ ਬੰਬ ਦੀ ਟ੍ਰੇਨਿੰਗ ਲੈ ਕੇ ਐਕਸਪਲੋਜ਼ਿਵ ਦੀ ਇਹਨਾਂ ਨੇ ਐਕਸਪਲੋਜ਼ਿਵ ਲਾਇਆ। ਉਸ ਤੋਂ ਬਾਅਦ ਚੱਲਿਆ ਐਕਸਪਲੋਜ਼ਿਵ, ਬੈਂਸ ਸਿੰਘ ਮਾਰਿਆ ਗਿਆ ਹੈ ਨਾ। ਫੜਨ ਤੋਂ ਬਾਅਦ ਤਸ਼ੱਦਦ ਵੀ ਇਹਨਾਂ ਦੇ ਕਾਫੀ ਹੋਇਆ। ਚਲੋ ਜੇਲ੍ਹ ਚਲੇ ਗਏ, 2004 ਤੋਂ ਬਾਅਦ ਬਾਹਰ ਆ ਗਏ, ਭੱਜ ਗਏ। ਅਤੇ 5 'ਚ ਜਦੋਂ ਫੜ ਹੋਏ ਉਦੋਂ ਕਾਫੀ ਤਸ਼ੱਦਦ ਵੀ ਹੋਇਆ ਇਹਨਾਂ ਦੇ, ਉਹ ਅਲੱਗ ਗੱਲ ਹੈ। ਹਾਂਜੀ, ਉਹ ਜਿਹੜਾ ਤਸ਼ੱਦਦ ਸੀ ਉਹ ਤਸ਼ੱਦਦ ਕਿਉਂ ਹੁੰਦਾ ਫਿਰ ਭਾਈ ਸਾਹਿਬ? ਤਸ਼ੱਦਦ ਭਾਈ ਸਾਹਿਬ ਦੇਖੋ, ਕਈ ਪੁਲਿਸ ਦੇ ਵਿੱਚ ਸਾਰੀ ਪੁਲਿਸ ਤਾਂ ਚੰਗੀ ਹੁੰਦੀ ਨਹੀਂ, ਨਾ ਹੀ ਸਾਰੇ ਪੁਲਿਸ ਦੇ ਵਿੱਚ ਗਲਤ ਅਫਸਰ ਹੁੰਦੇ ਨੇਗੇ। ਇੱਕ ਸੀਗਾ ਦਿੱਲੀ ਦੇ ਵਿੱਚ ਪੁਲਿਸ ਅਫਸਰ ACP ਰੈਂਕ ਦਾ, ਜਿਹਨੂੰ ਕਿ DSP ਕਹਿ ਦਿੰਦੇ ਆ, ਰਾਜਵੀਰ ਸਿੰਘ, ਹਰਿਆਣੇ ਦਾ ਸੀ ਉਹ। ਜਿਵੇਂ ਇੱਥੇ ਸਮੇਕ ਸਿੰਘ ਸੈਣੀ ਸੀਗਾ, ਆਪਣੇ ਆਪ ਨੂੰ ਕਹਿੰਦਾ ਸੀ ਵੀ ਜੋ ਮੈਂ ਕਰਤਾ, ਉਹੋ ਜਿਹਾ ਸੀ ਅਫਸਰ ਉਹ। ਉਹਨੂੰ ਖੁੱਲ੍ਹੀ ਛੁੱਟੀ ਕਿਸੇ ਟਾਈਮ ਲਾਲ ਕ੍ਰਿਸ਼ਨ ਅਡਵਾਨੀ ਜਦੋਂ ਗ੍ਰਹਿ ਮੰਤਰੀ ਸੀਗਾ, ਉਹਨੇ ਸੈੱਲ ਬਣਾਏ ਸੀ ਨਾ, ਉਹਨੂੰ ਕਾਫੀ ਜ਼ਿਆਦਾ ਅੱਗੇ ਕੀਤਾ ਹੋਇਆ ਸੀਗਾ। ਅਤੇ ਕਸ਼ਮੀਰੀਆਂ ਨੂੰ ਝੂਠੇ ਐਨਕਾਊਂਟਰ ਉਹਨੇ ਵਾਹਵਾ ਕੀਤੇ ਸੀਗੇ, ਇਸ ਕਰਕੇ ਉਹ ਜ਼ਿਆਦਾ ਹਾਈਲਾਈਟ ਦੇ ਵਿੱਚ ਹੋਇਆ ਸੀਗਾ। ਤਾਂ ਉਹ ਸੀਗਾ ਸਪੈਸ਼ਲ ਸੈੱਲ ਦਿੱਲੀ 'ਚ। ਸਪੈਸ਼ਲ ਸੈੱਲ ਦਿੱਲੀ 'ਚ ਇੱਕ ACP ਦੀ ਕਮਾਂਡ ਹੇਠ ਹੁੰਦਾ, ਜਿਹੜਾ DSP ਹੁੰਦਾ। ਜਿਹਨੇ ਜਗਤਾਰ ਸਿੰਘ ਹਵਾਰੇ ਨੂੰ ਫੜਿਆ ਉਹ ਸੀ ਕ੍ਰਾਈਮ ਦੀ ਟੀਮ, ਉਹ 'ਚ ਵੀ DSP ਹੁੰਦਾ ਇੱਕ। ਅਤੇ ਜਦੋਂ 5 ਜੂਨ 2005 ਨੂੰ ਫੜਿਆ ਜਗਤਾਰ ਸਿੰਘ ਹਵਾਰੇ ਨੂੰ ਦਿੱਲੀ ਪਟਿਆਲੇ ਤੋਂ, ਤਾਂ ਉਹ ਟੀਮ ਨੇ ਫੜਿਆ ਗਾ। ਤਾਂ ਉਹਨੇ ਜਿਹੜਾ CP ਦਿੱਲੀ ਦੇ ਸੀਗਾ, ਸ਼ਾਇਦ ਡਡਵਾਲ ਸੀਗਾ, ਹਾਂ ਡਡਵਾਲੇ ਸੀ ਸ਼ਾਇਦ, ਉਹਨੂੰ ਹੁਕਮ ਕਰਤਾ ਸੀਗਾ ਵੀ ਇਹਨੂੰ ਮੇਰੇ ਕੋਲ ਦਿਓ, ਮੈਂ ਐਨਕਾਊਂਟਰ ਕਰਨਾ ਇਹਦਾ, ਜਗਤਾਰ ਸਿੰਘ ਹਵਾਰੇ ਦਾ। ਅਤੇ ਪਰ ਉਹ ਜਿਹੜੀ ਟੀਮ ਨੇ ਫੜਿਆ ਸੀਗਾ, ਉਹਨੇ ਨਾਲ ਦੀ ਨਾਲ ਅਗਲੇ ਦਿਨ ਉਹਨੂੰ ਪੇਸ਼ ਕਰਕੇ ਜੇਲ੍ਹ ਦੇ ਵਿੱਚ ਨਾ ਅਦਾਲਤ 'ਚ ਪੇਸ਼ ਕਰਕੇ
ਪ੍ਰੈਸ 'ਚ ਪੇਸ਼ ਕਰਤਾ, ਉਦੋਂ ਕੁਝ ਹੋ ਨਹੀਂ ਸਕਿਆ। ਪੁਲਿਸ ਉਹ ਕਹਿੰਦਾ ਵੀ ਮੇਰਾ ਤਾਂ ਕੰਮ ਹੈ ਇਹਨੂੰ ਫੜ ਲਿਆ, ਫੜ ਕੇ ਅਦਾਲਤ 'ਚ ਪੇਸ਼ ਕਰਨਾ, ਅਦਾਲਤ ਛੱਡੇ ਭਾਵੇਂ ਇਹਨੂੰ ਸਜ਼ਾ ਦੇਵੇ, ਮੈਨੂੰ ਇਹਦੇ ਨਾਲ ਕੋਈ ਮਤਲਬ ਨਹੀਂ। ਉਹਨੇ ਐਂ ਕੀਤਾ। ਸੋ 15 ਦਿਨ ਉਹਦੇ ਕੋਲ ਰਿਹਾ ਹਵਾਲਾ, ਬਿਲਕੁਲ ਠੀਕ ਠਾਕ ਰਿਹਾ। 15 ਦਿਨਾਂ ਬਾਅਦ ਫਿਰ ਉਹਦੇ ਕੋਲ ਸਪੈਸ਼ਲ ਸੈੱਲ ਦੇ ਵਿੱਚ ACP ਰਾਜਵੀਰ ਕੋਲ ਆ ਗਿਆ ਹਵਾਲਾ। ਉੱਥੇ ਫਿਰ ਉਹਨੇ ਸਿਰਫ ਜਦੋਂ ਗੱਲਾਂ ਬਾਤਾਂ ਪੁਲਿਸ ਅਫਸਰ ਕਰਦੇ ਨੇਗੇ ਬੈਠ ਕੇ, ਤੇ ਕਹਿੰਦੇ ਵੀ ਤੂੰ ਦਾੜੀ, ਉਹਨੂੰ ਸਿਰਫ ਇਹੀ ਉਹਦੀ ਸਿੱਖੀ ਚੁਭੀ ਜਗਤਾਰ ਸਿੰਘ ਹਵਾਰਾ ਦੀ। ਕਹਿੰਦੇ ਵੀ ਤੂੰ ਦਾੜੀ ਕੇਸ, ਉਹ ਕਹਿੰਦਾ ਮੈਂ ਦਾੜੀ ਕੇਸ ਕਟਾਏ ਨਹੀਂ ਕਦੇ, ਮੈਂ ਕਦੇ ਬੇਅਦਬੀ ਨਹੀਂ ਕਰਦਾ, ਮੈਂ ਤਾਂ ਕੱਟੜ ਸਿੱਖ ਹਾਂ। ਉਹਨੂੰ ਉਹਦੀ ਕੱਟੜ ਦਾ ਚੁਭੀ। ਕਹਿੰਦਾ ਕੋਈ ਨਹੀਂ, ਫਿਰ ਤੇਰੀ ਕੱਟੜ ਦਾ ਦੇਖਦੇ ਹਾਂ ਅੰਦਰ। ਬਾਕੀ ਹੋਰ ਨਾਲ ਤੈਨੂੰ ਕਹਿੰਦਾ ਵੀ ਡੰਡੇ ਡੁੰਡੇ ਲਿਆਓ ਨਾਲ, ਹੈ ਨਾ, ਬੜਾ ਸਾਨੂੰ ਨੰਗਾ ਕਰ ਲਿਆ। ਤਾਂ ਗੁਰੂਆਂ ਦੀਆਂ ਫੋਟੋਆਂ ਥੱਲੇ ਟੇਬਲ 'ਤੇ ਰੱਖਤੀਆਂ। ਕਹਿੰਦਾ ਇਹਨਾਂ ਦੇ ਉੱਤੇ ਥੁੱਕ, ਦੇਖਦਾ ਤੂੰ ਕਿੱਡਾ ਕੁ ਕੱਟੜ ਹੈ। ਉਹ ਕਹਿੰਦਾ ਮੈਂ ਥੁੱਕਦਾ ਨਹੀਂ ਹੈਗਾ। ਸੋ ਪਿੱਛੋਂ ਹੁਕਮ ਕਰਤਾ ਵੀ ਜਿੰਨੇ ਡੰਡੇ ਮਾਰ ਸਕਦੇ ਮਾਰੋ। ਉਹਦੇ ਹੱਥ ਪੈਰ ਬੰਨੇ ਹੋਏ ਸੀਗੇ, ਬਹੁਤ ਪੁਲਿਸ ਨੇ ਕੁੱਟਿਆ, ਪਰ ਉਹਨੇ ਥੁੱਕਿਆ ਨਹੀਂ। ਤੇ ਉਸ ਤੋਂ ਬਾਅਦ ਕਹਿੰਦਾ ਕੋਈ ਗੱਲ ਨਹੀਂ, ਕਹਿੰਦਾ ਤੁਸੀਂ ਐਂ ਕਰੋ। ਉਹ ਵੀ ਥੱਕ ਗਏ, ਜਿਹੜੇ 10-15 ਮੁਲਾਜ਼ਮ ਸੀਗੇ, ਤਿੰਨ ਨੂੰ ਰਲ ਕੇ ਕੁੱਟਦੇ ਸੀਗੇ। ਫਿਰ ਉਸ ਤੋਂ ਬਾਅਦ ਕਹਿੰਦੇ ਵੀ ਐਂ ਕਰੋ, ਇਹਦੇ ਮੂੰਹ 'ਚ ਤੰਬਾਕੂ ਪਾਓ। ਇੱਕ ਮੁਲਾਜ਼ਮ ਪੂਰੀ ਪੂਰੀ ਆਪਣੇ ਹੱਥ 'ਚ ਕੱਟੀ, ਆਪਣਾ ਟੇਢੀ ਕੀਤੀ, ਤੇ ਬੰਨਿਆ ਹੋਇਆ ਸੀ ਜਗਤਾਰ ਸਿੰਘ ਹਵਾਰੇ ਨੂੰ। ਪਹਿਲਾਂ ਤਾਂ ਬਾਂਹ ਸੀ, ਲੱਤਾਂ ਗੱਲੀ ਬੰਨੀਆਂ ਸੀ, ਫਿਰ ਪੂਰਾ ਸਰੀਰ ਮਲਕੀ ਰੱਸੀ ਨਾਲ ਬੰਨ੍ਹ ਲਿਆ ਵੀ ਹਿੱਲੇ ਨਾ। ਪਰ ਉਹਨਾਂ ਨੇ ਮੂੰਹ ਨਹੀਂ ਖੋਲ੍ਹਿਆ, ਉਹ ਵੀ ਕੁੱਟ ਖਾ ਗਿਆ ਪੂਰੀ। ਤੇ ਕਹਿੰਦਾ ਵੀ ਮਤਲਬ ਇਹ ਨਹੀਂ ਵੀ ਇੱਕ ਤੰਬਾਕੂ ਦਾ ਤੁਸੀਂ ਪਾ ਕੇ ਦਿਖਾ ਲਓ। ਸੋ ਕੁੱਟਿਆ ਬਹੁਤ ਜ਼ਿਆਦਾ ਯਾਨੀ ਕਿ, ਪਰ ਨਾ ਗੁਰੂਆਂ ਦੀ ਫੋਟੋਆਂ ਦੇ ਦੁੱਕਿਆ, ਸੋ ਨਾ ਕਹਿਣ ਦਾ ਮਤਲਬ ਤੰਬਾਕੂ ਦੇ ਮੂੰਹ 'ਚ ਪੋਇਆ ਹੈਗਾ। ਸੋ ਐਂ ਕਰਕੇ ਬਹੁਤ ਤਸੱਦਦ ਕੀਤਾ ਉਹ ਬੰਦੇ ਨੇ। ਸੋ ਬਾਅਦ ਦੇ ਵਿੱਚ ਉਹ ਆਪ ਕੁੱਤੇ ਦੀ ਮੌਤ ਮਰਿਆ ਹੈਗਾ। ਕਿਸੇ ਨਾਲ ਦੀ ਪ੍ਰੋਪਰਟੀ ਦੇ ਇੱਕ ਡਿਸਪਿਊਟ ਚੱਲ ਰਿਹਾ ਸੀ ਉਹਦੇ ਕਿਸੇ ਬੰਦੇ ਨਾਲ, ਉਸੇ ਨੇ ਗੋਲੀ ਮਾਰਤੀ। ਇੱਕ ਵੀ ਪੁਲਿਸ ਅਫਸਰ ਉਹਦੇ, ਜਦੋਂ ਕਿ ਏਡਾ ਅਫਸਰ ਹੋਵੇ ਤਾਂ ਸਾਰੇ ਪੁਲਿਸ ਨੂੰ ਹੁਕਮ ਸੀਗਾ ਵੀ ਇਹਦੇ ਕਿਸੇ ਸੰਸਕਾਰ 'ਤੇ ਨਹੀਂ ਕਿਸੇ ਨੇ ਜਾਣਾ, ਨਾ ਹੀ ਕੋਈ ਸਲਾਮੀ ਦਿੱਤੀ ਹੈ। ਉਹਦਾ ਪਰਿਵਾਰ ਸੀ, 4 ਕੁ ਬੰਦੇ ਸੀਗੇ। ਇਹ ਉਹਦੀ ਮੌਤ ਦੀ ਕਹਾਣੀ ਹੈ। ਭਾਈ ਸਾਹਿਬ ਜੀ, ਅਖੀਰ ਦੇ ਵਿੱਚ ਇੱਕ ਮੁੱਢਲਾ ਸਵਾਲ ਪੁੱਛ ਲੈਂਦੇ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਸੰਘਰਸ਼ ਹੰਢਾਇਆ, ਉਹਨਾਂ ਸੰਘਰਸ਼ੀ ਯੋਧਿਆਂ ਦੀ ਸੰਗਤ ਮਾਣੀ, ਉਹਨਾਂ ਦੇ ਨਾਲ ਰਹੇ ਹੋ, ਆਪਸੀ ਖਿਆਲਾਤ ਦਾ ਜਿਹੜਾ ਆਦਾਨ ਪ੍ਰਦਾਨ ਹੁੰਦਾ ਰਿਹਾ ਹੋਵੇਗਾ, ਤਾਂ ਕਦੇ ਮਨ ਦੇ ਵਿੱਚ ਜਾਂ ਤੁਹਾਡੇ ਜਾਂ ਉਹਨਾਂ ਸਿੰਘਾਂ ਦੇ ਇਹ ਸਵਾਲ ਨਹੀਂ ਪੈਦਾ ਹੋਇਆ ਕਿ ਅਸੀਂ ਕੌਮ ਵਾਸਤੇ ਲੜਾਈ ਰਹੀ? ਕਦੇ ਅਜਿਹਾ ਸਮਾਂ ਵੀ ਆਇਆ ਕਿ ਜਦੋਂ ਕਿਤੇ ਨਾ ਕਿਤੇ ਅਣਗੌਲੇ ਕੀਤੇ ਗਏ, ਪਰ ਉਹ ਜੋ ਕੌਮ ਵਾਸਤੇ ਲੜਾਈ ਲੜਦੇ ਪਏ ਨੇ, ਕੌਮ ਵਾਸਤੇ ਜਿਹੜਾ ਉਹਨਾਂ ਨੇ ਸੰਘਰਸ਼ ਕੀਤਾ, ਮਨ ਦੇ ਵਿੱਚ ਤੁਹਾਡੇ ਜਾਂ ਉਹਨਾਂ ਸਿੰਘਾਂ ਦੇ ਨਾਲ ਵਾਰਤਾਲਾਪ ਕਰਦਿਆਂ ਹੋਇਆਂ ਕਦੇ ਇਦਾਂ ਦਾ ਸਵਾਲ ਉਪਜਿਆ ਮਨ ਦੇ ਵਿੱਚ? ਨਹੀਂ, ਇਹੋ ਜਿਹਾ ਦੇਖੋ ਭਾਈ ਸਾਹਿਬ ਕਦੇ ਨਹੀਂ ਉਪਜਿਆ। ਹਾਂ, ਉਹਨਾਂ ਨੇ ਮੇਰੇ ਨਾਲ ਗੱਲਾਂ ਵਾਹਵਾ ਕੀਤੀਆਂ। ਜੇ ਦੇਖੋ ਜਿਹੜੇ 9 ਬੰਦੀ ਸਿੰਘਾਂ ਦੀ ਅਸੀਂ ਰਿਹਾਈ ਮੰਗ ਰਹੇ ਹਾਂ ਨਾ, ਜਿਹੜੇ 9 ਬੰਦੀ ਸਿੰਘ ਨੇ, ਮੈਂ ਸਾਰੇ ਨਾਲ ਰਹਿ ਚੁੱਕਿਆ ਇਹਨਾਂ ਨਾਲ ਅਲੱਗ-ਅਲੱਗ ਜਗ੍ਹਾ 'ਚ। ਗੁਰਦੀਪ ਸਿੰਘ ਖੇੜਾ ਮੈਂ ਤਿਹਾੜ 'ਚ ਰਿਹਾ ਗਾ, ਭੁੱਲਰ ਸਾਹਿਬ ਨਾਲ ਤਿਹਾੜ 'ਚ ਰਿਹਾ ਗਾ, ਜਗਤਾਰ ਸਿੰਘ ਹਵਾਰਾ ਨਾਲ ਮੈਂ ਤਿਹਾੜ 'ਚ ਰਿਹਾ, ਬਾਕੀਆਂ ਨਾਲ ਮੈਂ ਵੜੈਲ 'ਚ ਰਿਹਾ ਗਾ, ਹੈ ਨਾ। ਸੋ ਕਹਿਣ ਦਾ ਮਤਲਬ ਇਹਨਾਂ ਨੂੰ ਕੋਈ ਇਹ ਨਹੀਂ ਹੈਗਾ ਦਿਲ ਦੇ ਵਿੱਚ ਵੀ ਅਸੀਂ ਕਿਉਂ ਅੰਦਰ ਆ ਗਏ। ਸਿਰਫ ਇਹਨਾਂ ਨੂੰ ਇੰਨਾ ਗੁੱਸਾ ਜ਼ਰੂਰ ਹੁੰਦਾ, ਕਈ ਵਾਰ ਮਨ 'ਚ ਇਹ ਆਉਂਦਾ ਸੀਗਾ ਵੀ ਯਾਰ ਕੌਮ ਸਾਨੂੰ ਭੁੱਲ ਕਿਉਂ ਗਈ, ਵੀ ਸਾਡੇ ਪਿੱਛੇ ਹਾਂ ਦਾ ਨਾਰਾ ਕਿਉਂ ਨਹੀਂ ਮਾਰਦੀ। ਜਿਵੇਂ ਹੁਣ ਕੌਮ ਇਕੱਠੀ ਹੋਈ ਹੈ, ਇਹੀ ਕੌਮ ਇਕੱਠੀ ਨੂੰ 5 ਸਾਲ ਪਹਿਲਾਂ ਹੋਣੀ ਚਾਹੀਦੀ ਸੀਗੀ, ਹੈ ਨਾ। ਵੀ ਐਂ ਧਰਨੇ ਲੱਗਦੇ, ਉਹਨਾਂ ਪਿੱਛੇ ਕੋਈ ਆਵਾਜ਼ ਚੱਕਦਾ। ਆਵਾਜ਼ ਕਿਹਨੇ? ਪਹਿਲੀ ਗੱਲ ਤਾਂ ਦੇਖੋ ਆਪਣੇ ਏਡੇ ਸਿੰਘ ਨੇ ਇਹ ਤਾਂ ਚਲੋ, ਬਾਕੀ ਤਾਂ ਹਜੇ ਨਿਕਲ ਵੀ ਗਏ, ਜਿਵੇਂ ਭਾਈ ਲਾਲ ਸਿੰਘ ਬਾਹਰ ਆ ਗਏ, ਦਇਆ ਸਿੰਘ ਲਾਹੌਰੀ ਆ ਗਿਆ, ਹਰਨੇਕ ਸਿੰਘ ਭਾਪਾ ਆ ਗਿਆ, ਮੈਂ ਵੀ 15 'ਚ ਬਾਹਰ ਆ ਗਿਆ। ਉਸ ਤੋਂ ਪਹਿਲਾਂ ਤਾਂ ਕਿਸੇ ਨੂੰ ਨਾ ਹੀ ਨਹੀਂ ਪਤਾ ਸੀ ਸਾਡੇ। ਇਹ ਤਾਂ 2013 ਦੇ ਵਿੱਚ 12 'ਚ ਰੱਖੀ ਸੀ ਉਹਨੇ, 13 'ਚ ਹੜਤਾਲ ਗੁਰਬਖਸ਼ ਸਿੰਘ ਨੇ। 14 ਨਹੀਂ ਯਾਰ, 13 'ਚ ਰੱਖੀ ਹੈ, 13 'ਚ ਹੈ ਨਾ। 13 'ਚ ਗੁਰਬਖਸ਼ ਸਿੰਘ ਨੇ ਭੁੱਖ ਹੜਤਾਲ ਇਸੇ ਵਿਸ਼ੇ 'ਤੇ ਰੱਖੀ ਸੀ ਵੀ ਹਾਂ ਤੁਸੀਂ ਇਹਨਾਂ ਨੂੰ ਪਰੋਲ ਕਿਉਂ ਨਹੀਂ ਦਿੰਦੇ। ਤਾਂ ਉਸ ਟਾਈਮ ਲੋਕਾਂ ਨੂੰ ਪਤਾ ਲੱਗਿਆ ਸੀਗਾ ਵੀ ਬੜੈਲ ਜੇਲ੍ਹ ਦੇ ਵਿੱਚ ਸਾਡੇ ਸਿੰਘ ਹੈਗੇ ਨੇ, ਪਹਿਲਾਂ ਤਾਂ ਪਤਾ ਹੀ ਨਹੀਂ ਸੀ ਕਿਸੇ ਨੂੰ। ਸੋ ਭੁੱਖ ਹੜਤਾਲ ਕਰਕੇ 3 ਜਿਹੜੇ ਸਾਡੇ ਸਾਥੀ ਸਿੰਘ ਨੇ, ਭਾਈ ਲਖਵਿੰਦਰ ਸਿੰਘ ਹੋ ਗਿਆ, ਭਾਈ ਸ਼ਮਸ਼ੇਰ ਸਿੰਘ ਹੋ ਗਿਆ, ਤੇ ਭਾਈ ਗੁਰਮੀਤ ਸਿੰਘ ਹੋ ਗਿਆ, ਇਹਨਾਂ ਨੂੰ ਉਦੋਂ ਪਰੋਲ ਮਿਲਣੀ ਸ਼ੁਰੂ ਹੋਈ ਹੈ। ਪਹਿਲਾਂ ਤਾਂ ਇਹਨਾਂ ਨੂੰ ਵੀ ਪਰੋਲ ਨਹੀਂ ਮਿਲਦੀ ਸੀਗੀ, ਜਦੋਂ ਕਿ 2007 'ਚ ਇਹਨਾਂ ਦਾ ਕੇਸ ਫਾਈਨਲ ਹੋਇਆ ਹੈਗਾ। 2007 ਦੇ ਵਿੱਚ ਬਾਕੀਆਂ ਨੂੰ ਉਮਰ ਕੈਦ ਹੋ ਗਈ ਸੀਗੀ। ਜਗਤਾਰ ਸਿੰਘ ਹਵਾਰਾ ਤੇ ਬਲਵੰਤ ਸਿੰਘ ਰਾਜੂ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋ ਗਈ ਸੀਗੀ। ਸੋ ਪਰੋਲ ਤਾਂ ਮੈਂ ਕਹਿਣ ਦਾ ਮਤਲਬ ਜਿਹੜਾ ਕਾਨੂੰਨੀ ਹੱਕ ਹੈ ਉਹ 4 ਮਹੀਨਿਆਂ ਬਾਅਦ ਹਰੇਕ ਦੀ ਸ਼ੁਰੂ ਹੋ ਜਾਂਦੀ ਹੈ, ਆਉਣੀ ਸ਼ੁਰੂ ਹੋ ਜਾਂਦੀ ਹੈ। ਤੇ ਇਹਨਾਂ ਨੂੰ 15 'ਚ ਸ਼ੁਰੂ ਹੋਈ ਹੈ ਮਿਲਣੀ। ਸੋ ਬਾਕੀ ਹਜੇ ਫੇਰ ਅੰਦਰ ਨੇਗੇ। ਸੋ ਕਹਿਣ ਦਾ ਮਤਲਬ ਗੁੱਸਾ ਉਹਨਾਂ ਦਾ ਕੋਈ ਏਡਾ ਉਹ ਕੌਮ ਤੇ ਗੁੱਸਾ ਸਿਰਫ ਇਹੀ ਹੈ ਵੀ ਕੌਮ ਸਾਨੂੰ ਭੁੱਲ ਕਿਉਂ ਗਈ। ਸਿਰਫ ਆਹ ਗੱਲ ਹੈ, ਹੋਰ ਕੋਈ ਇਹੋ ਜਿਹੀ ਗੱਲ ਨਹੀਂ। ਕੋਈ ਬਿਲਕੁਲ ਸਾਰੇ ਚੜ੍ਹਦੀ ਕਲਾਂ 'ਚ ਨਹੀਂ। ਭਾਈ ਸਾਹਿਬ ਜੀ, ਤੁਹਾਡੇ ਵੱਲੋਂ ਜਾਂ ਜਿਹੜੇ ਉਹਨਾਂ ਯੋਧਿਆਂ ਦੇ ਨਾਲ ਰਹੇ ਉਹਨਾਂ ਵੱਲੋਂ ਕੌਮ ਵਾਸਤੇ ਅਖੀਰ ਵਿੱਚ ਕੋਈ ਸੁਨੇਹਾ? ਕੌਮ ਵਾਸਤੇ ਭਾਈ ਸਾਹਿਬ ਇਹੀ ਸੁਨੇਹਾ ਵੀ ਪੂਰੀ ਕੌਮ ਇਕੱਠੀ ਹੋਵੇ, ਹੈ ਨਾ। ਵੀ ਕਿੱਧਰ ਨੂੰ ਆਪਾਂ ਜਾ ਰਹੇ ਹਾਂ, ਆਪਾਂ ਕਿਹੜੇ ਨਿਸ਼ਾਨੇ 'ਤੇ ਤੁਰੇ ਸੀਗੇ, 84 'ਚ ਆਪਣੇ ਨਾਲ ਕੀ ਹੋਇਆ ਆਪਾਂ ਬਿਲਕੁਲ ਭੁੱਲੇ ਗਏ।
ਜਿਹੜੇ ਪਰਿਵਾਰਾਂ ਦੇ ਪਰਿਵਾਰ ਪੁਲਿਸ ਨੇ ਚੱਕ ਕੇ ਖਤਮ ਕਰਤੇ, ਉਹਨਾਂ ਪ੍ਰਤੀ ਲੋਕਾਂ ਨੂੰ ਜਾਗਰੂਕਤਾ ਹੈ ਹੀ ਨਹੀਂ ਕਿ ਕੋਈ ਉਹਨਾਂ ਪ੍ਰਤੀ ਜਾ ਕੇ ਕੋਈ ਹਾਲ ਚਾਲ ਹੀ ਨਹੀਂ ਪੁੱਛਦਾ। ਕੋਈ ਤਿੱਥ ਤਿਉਹਾਰ ਹੁੰਦੇ ਨੇ ਜਿਵੇਂ ਕੋਈ ਇਹੋ ਜਿਹੇ ਹੁੰਦੇ ਨੇ, ਕੋਈ ਉਹਨਾਂ ਦੇ ਪਰਿਵਾਰ ਦੇ ਵਿੱਚ ਜਾ ਕੇ ਕੋਈ ਸਾਂਝੀ ਖੁਸ਼ੀ ਕਰ ਲਵੇ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਰਹੇ ਹੀ ਨਹੀਂ ਹੈਗੇ, ਹੈ ਨਾ। ਕਿਸੇ ਦੇ 2-2 ਪਰਿਵਾਰ ਪੁੱਤ ਸੀਗੇ ਉਹ ਮਾਰਤੇ, ਕਿਸੇ ਦੇ 4-4 ਸੀ ਉਹ ਮਾਰਤੇ, ਰਿਸ਼ਤੇਦਾਰ ਤੱਕ ਮਾਰਤੇ। ਸੋ ਬਸ ਆਹੀ ਹੈ ਵੀ ਭਰਾਵੋ ਇਹਨਾਂ ਨੂੰ ਭੁੱਲੋ ਨਾ, ਆਪਣੇ ਜਿਹੜੇ ਸਿੰਘ ਨੇਗੇ, ਹੈ ਨਾ। ਆਪਾਂ ਗੱਲਾਂ ਕਰਦੇ ਹਾਂ ਪਿਛਲੀ ਮਿਸਲਾਂ ਦੀ, ਇਹ ਤਾਂ ਬਹੁਤ ਦੂਰ ਦੀ ਗੱਲ ਆ, ਇਹ ਤਾਂ ਹੁਣ ਆਪਾਂ 84 ਤੋਂ ਬਾਅਦ ਦੀ ਗੱਲਾਂ ਕਰ ਰਹੇ ਹਾਂ, ਹੈ ਨਾ। ਜਿਹਨਾਂ ਨੂੰ ਕੋਈ ਜ਼ਿਆਦਾ ਸਮਾਂ ਵੀ ਨਹੀਂ ਹੋਇਆ। ਸੋ ਇਹ ਭੁੱਲਣਾ ਨਹੀਂ ਚਾਹੀਦਾ। ਮੇਰੇ ਤਾਂ ਨੌਜਵਾਨਾਂ ਨੂੰ ਇਹੀ ਅਪੀਲ ਹੈ ਵੀ ਵੱਧ ਤੋਂ ਵੱਧ ਚੜ੍ਹਦੀ ਕਲਾ 'ਚ ਰਹੋ, ਹੈ ਨਾ, ਵੀ ਆਪਣੇ ਨੌਜਵਾਨਾਂ ਨੂੰ ਜ਼ਰੂਰ ਸਤਿਕਾਰ ਦਿਓ। ਬਸ ਇਹੀ ਮੇਰੀ ਤਾਂ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਸੰਘਰਸ਼ੀ ਯੋਧੇ ਭਾਈ ਬਲਜੀਤ ਸਿੰਘ ਭਾਊ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਯੋਧਿਆਂ ਬਾਰੇ ਜਿਹੜੇ ਅੱਜ ਕੌਮ ਦੀ ਖਾਤਰ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਦੇ ਬਾਰੇ ਵੀ ਜ਼ਿਕਰ ਕੀਤਾ। ਤਾਂ ਪਰ ਕਿਤੇ ਨਾ ਕਿਤੇ ਸਾਨੂੰ ਇਸ ਗੱਲ ਵਾਲੇ ਵੀ ਤਵੱਜੋ ਦੇਣਾ ਬਣਦਾ ਔਰ ਜਿਹੜੇ ਯੋਧਿਆਂ ਨੇ ਕੌਮ ਵਾਸਤੇ ਜਿਹੜਾ ਆਪਣਾ ਆਪ ਆ ਜਿਹੜਾ ਦਾਅ 'ਤੇ ਲਾਇਆ ਹੋਵੇ ਉਹ ਵੀ ਕਦੇ ਵਾਸਤੇ ਵਸਾਰਿਆ ਨਹੀਂ ਜਾ ਸਕਦਾ। ਭਵਿੱਖ ਦੇ ਵਿੱਚ ਵੀ ਯਤਨਸ਼ੀਲ ਰਹਾਂਗੇ ਕਿ ਇਸ ਤਰ੍ਹਾਂ ਦੀਆਂ ਤਮਾਮ ਸ਼ਖਸੀਅਤਾਂ ਨੂੰ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋਈਏ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।